Hello everyone, I am Amarjeet from Amar PTE classes. Again, I am in front of you with my new video. In today's video, I am going to discuss how to solve the reorder paragraphs. ਹਾਂਜੀ reorder paragraphs ਜਿਹਦੇ ਕਿ ਵਿੱਚ mostly students ਨੂੰ ਨਹੀਂ ਪਤਾ ਹੁੰਦਾ ਕਿ ਜਿਹੜੇ ਉਹਨਾਂ ਨੇ reorder paragraphs ਨੇ ਉਹ ਕਿਵੇਂ solve ਕਰਨੇ ਨੇ ਕਿਉਂਕਿ ਆਪਣੇ ਕੋਲ YouTube ਤੇ ਕਾਫੀ videos ਨੇ ਕਾਫੀ strategies ਨੇ ਬਟ ਕਈ ਵਾਰ ਕੀ ਹੁੰਦਾ ਕਿ final ਦੇ ਵਿੱਚ ਕੋਈ ਵੀ strategy ਕੰਮ ਨਹੀਂ ਕਰਦੀ ਮੇਨਲੀ ਆਪਾਂ ਨੂੰ ਇਹ ਕਿਹਾ ਜਾਂਦਾ ਕਿ ਤੁਸੀਂ reorder paragraph ਦੇ ਵਿੱਚ ਪਹਿਲਾਂ independent sentence ਨੂੰ find out ਕਰਨਾ ਹੈ ਬਟ ਤੁਸੀਂ independent sentence ਨੂੰ ਕਿਵੇਂ find out ਕਰਨਾ ਹੈ ਤੇ ਆਪਾਂ ਕਹਿੰਦੇ ਆ ਕਿ ਜਿਹੜਾ reorder paragraph ਹੈ ਉਹਦੇ ਵਿੱਚ ਕੋਈ ਵੀ ਜਿਹੜਾ sentence ਹੈਗਾ ਉਹ pronoun ਤੋਂ ਨਹੀਂ ਸਟਾਰਟ ਹੋ ਸਕਦਾ ਬਟ ਕਈ ਐਗਜ਼ਾਮਪਲ ਸਾਡੇ ਕੋਲ ਐਵੇਂ ਦੇ ਹੁੰਦੇ ਨੇ ਕਿ ਜਿਹਦੇ ਵਿੱਚ ਜਿਹੜੇ sentences ਨੇ ਉਹ pronoun ਤੇ ਹੀ ਮਤਲਬ ਜਿਹੜਾ ਫਰਸਟ sentence ਹੈ ਉਹ ਸਟਾਰਟ ਹੁੰਦਾ ਹੈ ਸੋ ਜੋ ਮੈਂ ਅੱਜ ਐਗਜ਼ਾਮਪਲਸ ਤੁਹਾਡੇ ਨਾਲ ਸ਼ੇਅਰ ਕਰ ਰਹੀ ਹਾਂ ਕਿ ਤੁਸੀਂ ਕਿਵੇਂ ਰੀਆਰਡਰ ਪੈਰਾਗ੍ਰਾਫਸ ਨੂੰ ਸਟਾਰਟ ਕਰਨਾ ਹੈ ਤੇ ਕਿਵੇਂ ਸੋਲਵ ਕਰਨਾ ਹੈ ਸੋ ਅੱਜ ਮੈਂ ਉਹ ਐਗਜ਼ਾਮਪਲਸ ਐਪ ਯੂਨੀ ਤੋਂ ਹੀ ਲਏ ਨੇ ਤੇ ਉਹਨਾਂ ਦੇ ਜਿਹੜੇ ਐਗਜ਼ਾਮਪਲਸ ਨੇ ਉਹ ਦਸੰਬਰ ਪ੍ਰੈਡਿਕਸ਼ਨ ਦੇ ਹੀ ਐਗਜ਼ਾਮਪਲਸ ਨੇ ਤੇ ਮੈਂ ਫਰਸਟ ਪੇਜ ਹੀ ਲਿਆ ਦਸੰਬਰ ਪ੍ਰੈਡਿਕਸ਼ਨ ਦਾ ਸੋ ਆਪਾਂ ਸਟਾਰਟ ਕਰਦੇ ਹਾਂ ਮੈਂ ਇੱਕ ਜਿਹੜੇ ਐਗਜ਼ਾਮਪਲਸ ਲਏ ਨੇ ਉਹ ਸਪੈਸ਼ਲੀ ਐਵੇਂ ਦੇ ਨੇ ਕਿ ਜਿਹਦੇ ਵਿੱਚ ਮਤਲਬ ਜਿਹੜਾ ਸੈਂਟੈਂਸ ਹੈਗਾ ਉਹ ਪ੍ਰੋਨਾਊਨ ਤੋਂ ਹੀ ਸਟਾਰਟ ਹੋ ਰਿਹਾ ਹੈ ਮਤਲਬ ਆਪਾਂ ਨੂੰ ਇਹ ਕਿਹਾ ਜਾਂਦਾ ਹੈ ਕਿ ਜਦੋਂ ਵੀ ਤੁਸੀਂ ਇੰਡੀਪੈਂਡੈਂਟ ਸੈਂਟੈਂਸ ਫਾਈਂਡ ਆਊਟ ਕਰਦੇ ਹੋ ਜਾਂ ਤੁਸੀਂ ਫਰਸਟ ਸੈਂਟੈਂਸ ਫਾਈਂਡ ਆਊਟ ਕਰਦੇ ਹੋ ਤਾਂ ਉਹਦੇ ਵਿੱਚ ਕੋਈ ਵੀ ਸੈਂਟੈਂਸ ਜਿਹੜਾ ਹੋਏਗਾ ਪ੍ਰੋਨਾਊਨ ਤੋਂ ਸਟਾਰਟ ਨਹੀਂ ਹੋਏਗਾ ਸੋ ਮੈਂ ਅੱਜ ਉਹੀ ਡਿਸਕਸ ਕਰ ਰਹੀ ਹਾਂ ਕਿ ਕਈ ਵਾਰ ਹੁੰਦਾ ਐਵੇਂ ਫਾਈਨਲ ਦੇ ਵਿੱਚ ਵੀ ਆਪਾਂ ਨੂੰ ਐਵੇਂ ਦੇ ਕੁਐਸਚਨਸ ਆਉਂਦੇ ਨੇ ਕਿ ਜਿਹੜਾ ਸੈਂਟੈਂਸ ਪ੍ਰੋਨਾਊਨ ਤੋਂ ਹੈਗਾ ਉਹੀ ਫਰਸਟ ਸੈਂਟੈਂਸ ਬਣਦਾ ਹੈ ਸੋ ਆਪਾਂ ਫਰਸਟ ਸਟਾਰਟ ਕਰਦੇ ਹਾਂ ਪਹਿਲਾਂ ਮੈਂ ਤੁਹਾਨੂੰ ਇਹ ਸਟ੍ਰੈਟਜੀ ਦੱਸੀ ਸੀਗੀ ਕਿ ਤੁਸੀਂ ਇੱਕ ਵਾਰ ਸਾਰੇ ਜਿਹੜੇ ਪੈਰਾਗ੍ਰਾਫਸ ਗਿਵਨ ਨੇ ਜਿਹੜੀਆਂ ਲਾਈਨਸ ਗਿਵਨ ਨੇ ਰੀਆਰਡਰ ਪੈਰਾਗ੍ਰਾਫ ਵਾਸਤੇ ਤਾਂ ਉਹਨਾਂ ਨੂੰ ਤੁਸੀਂ ਇੱਕ ਵਾਰ ਰੀਡ ਜ਼ਰੂਰ ਕਰਨਾ ਹੈ ਮਤਲਬ ਇੱਕ ਵਾਰ ਉਹਨਾਂ ਨੂੰ ਰੀਡ ਕਰ ਲਓ ਸੋ ਜਿਹੜੀ ਫਰਸਟ ਹੈਗੀ ਆ ਉਹਦੇ ਵਿੱਚ ਉਹਨਾਂ ਨੇ ਕਿਹਾ The callers transmitted each animal's position every 4 hours for up to 2 years. ਮੀਨਸ ਕਾਲਰਸ ਦੀ ਗੱਲ ਹੋ ਰਹੀ ਹੈ ਉਹ ਕਾਲਰਸ ਉਹ ਯੂਜ਼ ਕਰ ਰਹੇ ਨੇ ਫॉर ਐਨੀਮਲ ਪੋਜੀਸ਼ਨਸ ਜਿਹੜੇ ਕਿ ਉਹ 2 ਸਾਲਾਂ ਤੱਕ ਉਹਨਾਂ ਨੇ ਐਨੀਮਲ ਪੋਜੀਸ਼ਨ ਮਤਲਬ ਰਿਕਾਰਡਿੰਗ ਕੀਤੀ ਹੈ ਤੇ ਜਿਹੜੀ ਰਿਕਾਰਡਿੰਗ ਹੈ ਉਹ ਹਰ 4 ਘੰਟੇ ਦੀ ਰਿਕਾਰਡਿੰਗ ਹੈ ਸੋ ਇਹ ਉਹਨਾਂ ਨੇ ਟਰਾਂਸਮਿਟਡ ਮਤਲਬ ਐਨੀਮਲ ਪੋਜੀਸ਼ਨਸ ਦੀ ਗੱਲ ਕੀਤੀ ਹੈ ਤੇ ਅਗਰ ਆਪਾਂ ਸੈਕਿੰਡ ਸੈਂਟੈਂਸ ਤੇ ਆਉਂਦੇ ਆ ਤਾਂ ਉਹ ਜਿਹੜਾ ਸੈਕਿੰਡ ਸੈਂਟੈਂਸ ਹੈ ਉਹ ਬਟ ਤੋਂ ਸਟਾਰਟ ਹੋ ਰਿਹਾ ਹੈ ਬਟ ਜਿਹੜਾ ਫਰਸਟ ਸੈਂਟੈਂਸ ਹੈ ਉਹ ਦ ਤੋਂ ਸਟਾਰਟ ਹੋ ਰਿਹਾ ਹੈ ਸੋ ਜਿਹੜਾ ਸੈਕਿੰਡ ਸੈਂਟੈਂਸ ਹੈ ਉਹਦੇ ਵਿੱਚ ਉਹਨੇ ਲਿਖਿਆ ਹੈ But in 2010 and 2011, Vanessa Hull of Michigan State University and her colleagues were given permission to attach GPS tracking collars to 5 pandas in the Wolong National Nature Reserve in China. ਮਤਲਬ ਗੱਲ ਹੋਈ ਹੈ 2010 ਐਂਡ 2011 ਜਿਹਦੇ ਵਿੱਚ ਵਨੀਸਾ ਹਲ ਐਂਡ ਉਹਦੇ ਜਿਹੜੇ ਕੁਲੀਗਸ ਨੇ ਉਹਨਾਂ ਨੂੰ ਇੱਕ ਪਰਮਿਸ਼ਨ ਮਿਲੀ ਹੈ ਕਿ ਉਹ ਜਿਹੜੇ ਕਾਲਰਸ ਨੇ ਉਹ ਜੀਪੀਐਸ ਮਤਲਬ ਕਾਲਰਸ ਦੇ ਨਾਲ ਜੀਪੀਐਸ ਨੂੰ ਅਟੈਚ ਕਰਕੇ ਪਾਂਡਾਸ ਦੀ ਪੋਜੀਸ਼ਨ ਨੂੰ ਟਰੈਕ ਕਰ ਸਕਦੇ ਨੇ ਮੀਨਸ ਪਾਂਡਾ ਦੀ ਜਿਹੜੀ ਪੋਜੀਸ਼ਨ ਹੈਗੀ ਹੈ ਇਨ ਚਾਈਨਾ ਦੇ ਵਿੱਚ ਉਹਨਾਂ ਨੂੰ ਟਰੈਕ ਕਰ ਸਕਦੇ ਨੇ ਤੇ ਥਰਡ ਜਿਹੜੀ ਗੱਲ ਹੋਈ ਹੈ ਉਹਨਾਂ ਨੇ ਲਿਖਿਆ We know very little about wild pandas because they are so rare and live in almost impenetrable forest. Means ਸਾਨੂੰ ਬਹੁਤ ਘੱਟ ਇਨਫੋਰਮੇਸ਼ਨ ਪਤਾ ਹੈਗੀ ਹੈ ਵਾਈਲਡ ਪਾਂਡਾਸ ਦੇ ਰਿਲੇਟਡ ਕਿਉਂਕਿ ਉਹ ਬਹੁਤ ਘੱਟ ਮਿਲਦੇ ਨੇ ਤੇ ਆਲਮੋਸਟ ਜਿਹੜੇ ਉਹ ਰਹਿੰਦੇ ਨੇ ਉਹ ਫੋਰੈਸਟ ਦੇ ਵਿੱਚ ਰਹਿੰਦੇ ਨੇ ਇੰਪੈਨੀਟ੍ਰੇਬਲ ਹੈ ਮੀਨਸ ਜਿੱਥੇ ਮਤਲਬ ਸੰਘਣਾ ਦਾ ਜੰਗਲ ਹੋਵੇ ਮਤਲਬ ਜਿੱਥੇ ਆਪਾਂ ਕਹਿ ਦਈਏ ਕਿ ਕੁਝ ਮਤਲਬ ਜਿਹਨੂੰ ਇਨਪੈਨੀਟ੍ਰੇਬਲ ਮਤਲਬ ਹੁੰਦਾ ਕਿ ਹਾਰਡ ਟੂ ਅੰਡਰਸਟੈਂਡ ਮਤਲਬ ਉੱਥੇ ਬਹੁਤ ਸਾਰਾ ਸੰਘਣਾ ਦਾ ਜੰਗਲ ਹੈਗਾ ਉੱਥੇ ਉਹ ਰਹਿੰਦੇ ਨੇ ਤੇ ਆਪਾਂ ਨੂੰ ਉਹਨਾਂ ਦੀ ਜ਼ਿਆਦਾ ਕੋਈ ਇਨਫੋਰਮੇਸ਼ਨ ਨਹੀਂ ਹੈਗੀ ਬਟ ਜਿਹੜਾ ਫੋਰਥ ਸੈਂਟੈਂਸ ਹੈ ਉਹਦੇ ਵਿੱਚ ਉਹਨਾਂ ਨੇ ਲਿਖਿਆ ਹੈ The team found that the home ranges of individual pandas overlapped and on a few occasions two animals spent several weeks in close proximity. The team ਨੇ find out ਕੀਤਾ ਹੈ ਕਿ ਜਿਹੜੇ ਉਹਨਾਂ ਦੀ ਇੰਡੀਵਿਜੂਅਲ ਪਾਂਡਾਸ ਦੀ ਪੋਜੀਸ਼ਨ ਹੈਗੀ ਹੈ ਉਹ ਓਵਰਲੈਪ ਹੋ ਰਹੀ ਹੈ ਮੀਨਸ ਕੁਝ ਟਾਈਮ ਬਾਅਦ ਉਹ ਓਵਰਲੈਪ ਹੋ ਰਹੀ ਹੈ ਕੁਝ ਟਾਈਮ ਪੀਰੀਅਡ ਲਈ ਕਿਉਂਕਿ ਕੁਝ ਦੋ ਜਿਹੜੇ ਪਾਂਡਾਸ ਨੇ ਉਹ ਮਤਲਬ ਆਪਸ ਦੇ ਵਿੱਚ ਟਾਈਮ ਸਪੈਂਡ ਕਰਦੇ ਨੇ ਮਤਲਬ ਜਿਹੜਾ ਲਾਸਟ ਪੈਰਾਗ੍ਰਾਫ ਹੈ ਉਹਦੇ ਵਿੱਚ ਉਹਨਾਂ ਨੇ ਇਹ ਗੱਲ ਕੀਤੀ ਹੈ ਸੋ ਆਪਾਂ ਜਿਹੜੀ ਫਰਸਟ ਸੈਂਟੈਂਸ ਤੇ ਆਉਂਦੇ ਆ ਤਾਂ ਉਹਦੇ ਵਿੱਚ ਉਹਨੇ ਲਿਖਿਆ ਕਿ ਹਰ ਮਤਲਬ 2 ਸਾਲ ਬਾਅਦ ਹਰ 4 ਘੰਟੇ ਬਾਅਦ ਉਹਨਾਂ ਦੀ ਪੋਜੀਸ਼ਨ ਨੂੰ ਫਾਈਂਡ ਆਊਟ ਕਰ ਰਿਹਾ ਤੇ ਉਸ ਤੋਂ ਬਾਅਦ ਸੈਕਿੰਡ ਦੇ ਵਿੱਚ ਉਹਨਾਂ ਨੂੰ ਪਰਮਿਸ਼ਨ ਮਿਲੀ ਤੇ ਫਸਟ ਦੇ ਵਿੱਚ ਉਹਨਾਂ ਨੇ ਲਿਖਿਆ ਕਿ ਸਾਨੂੰ ਨਹੀਂ ਪਤਾ ਮਤਲਬ ਉਹਨਾਂ ਦੀ ਪੋਜੀਸ਼ਨ ਉਹ ਕਿੱਥੇ ਮਿਲਦੇ ਨੇ ਕਿਵੇਂ ਉਹ ਟਰੈਵਲ ਕਰਦੇ ਨੇ ਕਿਵੇਂ ਰਹਿੰਦੇ ਨੇ ਤਾਂ ਸਾਨੂੰ ਇਸ ਬਾਰੇ ਕੋਈ ਇਨਫੋਰਮੇਸ਼ਨ ਨਹੀਂ ਹੈਗੀ ਤੇ ਜਿਹੜੀ ਲਾਸਟ ਹੈਗੀ ਆ ਉਹਦੇ ਵਿੱਚ ਉਹਨਾਂ ਨੇ ਦੱਸਿਆ ਕਿ ਜਿਹੜੀ ਟੀਮ ਸੀਗੀ ਰਿਸਰਚ ਟੀਮ ਉਹਨੇ ਕੀ ਚੀਜ਼ ਫਾਈਂਡ ਆਊਟ ਕੀਤੀ ਹੈ
ਸੋ ਅਗਰ ਆਪਾਂ ਫਰਸਟ ਸੈਂਟੈਂਸ ਦੀ ਗੱਲ ਕਰੀਏ ਤਾਂ ਜਿਹੜਾ ਫਰਸਟ ਸੈਂਟੈਂਸ ਹੈ ਉਹ ਬੇਸ਼ੱਕ ਸਾਡਾ ਦ ਤੋਂ ਸਟਾਰਟ ਹੋ ਰਿਹਾ ਹੈ, ਬਟ ਉਹਦੇ ਵਿੱਚ ਮਤਲਬ ਆਪਾਂ ਉਹਨੂੰ ਓਪਨਿੰਗ ਸੈਂਟੈਂਸ ਨਹੀਂ ਕਹਿ ਸਕਦੇ, ਕਿਉਂਕਿ ਉਹਦੇ ਵਿੱਚ ਉਹਨਾਂ ਨੇ ਜਸਟ ਇਹ ਦੱਸਿਆ ਕਿ ਪੋਜੀਸ਼ਨ ਮਿਲ ਰਹੀ ਹੈ। ਸੋ ਅਗਰ ਪੋਜੀਸ਼ਨ ਇੱਥੇ ਤੁਸੀਂ ਫਾਈਂਡ ਆਊਟ ਕਰ ਰਹੇ ਹੋ ਫॉर ਐਵਰੀ 4 ਆਰ ਅਪ ਟੂ 2 ਇਅਰਸ, ਤਾਂ ਉਸ ਪੋਜੀਸ਼ਨ ਦੀ ਗੱਲ ਕਿਤੇ ਹੋਰ ਵੀ ਹੋਏਗੀ, ਮਤਲਬ ਉਹ ਜਿਹੜਾ ਕਲੂ ਹੈਗਾ ਉਹ ਕਿਤੋਂ ਹੋਰ ਆਇਆ ਹੋਏਗਾ। ਸੋ ਜਿਹੜਾ ਕਲੂ ਹੈਗਾ ਉਹ ਇੱਥੇ ਵੀ ਆ ਸਕਦਾ ਹੈ ਕਿ ਇੱਥੋਂ ਉਹ ਕਲੂ ਆਇਆ ਹੋਵੇ, ਕਿਉਂਕਿ ਇੱਕ ਟੀਮ ਹੈਗੀ ਹੈ ਤੇ ਉਹਦੇ ਕਲੀਗਸ ਨੇ ਜਿਨ੍ਹਾਂ ਨੇ ਮਤਲਬ ਫਾਈਂਡ ਆਊਟ ਕਰਨ ਦੀ ਕੋਸ਼ਿਸ਼ ਕੀਤੀ ਹੈ, ਮਤਲਬ ਉਹਨਾਂ ਨੂੰ ਪਰਮਿਸ਼ਨ ਮਿਲੀ ਹੈ ਕਿ ਦੇ ਕੈਨ ਟਰੈਕ ਦੀ ਪੋਜੀਸ਼ਨ ਆਫ ਦੀ ਪਾਂਡਾਸ ਬਾਈ ਯੂਜ਼ਿੰਗ GPS ਟਰੈਕਿੰਗ ਕਾਲਰਸ। ਤੇ ਉਹਦੇ ਵਿੱਚ ਥਰਡ ਪੁਆਇੰਟ ਦੇ ਵਿੱਚ ਲਿਖਿਆ ਹੈ ਕਿ ਵੀ ਨੋ ਦੇ ਲਿਟਲ ਅਬਾਊਟ ਦੀ ਵਾਈਲਡ ਪਾਂਡਾਸ, ਮਤਲਬ ਸਾਨੂੰ ਨਹੀਂ ਪਤਾ। ਜੇ ਸਾਨੂੰ ਨਹੀਂ ਪਤਾ ਤਾਂ ਹੀ ਅਸੀਂ ਕੁਝ ਮਤਲਬ ਰਿਸਰਚ ਦੀ ਗੱਲ ਹੋਏਗੀ, ਕਿਉਂਕਿ ਉਸ ਚੀਜ਼ ਨੂੰ ਅਸੀਂ ਫਾਈਂਡ ਆਊਟ ਕਿਵੇਂ ਕਰਨਾ ਹੈ। ਸੋ ਮੇਰੇ ਅਕੋਰਡਿੰਗ ਜਿਹੜਾ ਫਰਸਟ ਸੈਂਟੈਂਸ ਹੋਏਗਾ ਉਹ ਥਰਡ ਹੋਏਗਾ, ਮਤਲਬ ਮੈਂ ਇਹਨੂੰ ਉੱਪਰ ਲੈ ਕੇ ਜਾਵਾਂਗੀ 3 ਸੈਂਟੈਂਸ, ਮਤਲਬ ਜਿਹੜਾ ਥਰਡ ਨੰਬਰ ਤੇ ਸੈਂਟੈਂਸ ਸੀਗਾ ਉਹ ਮੇਰਾ ਓਪਨਿੰਗ ਸੈਂਟੈਂਸ ਹੈ, ਔਰ ਯੂ ਕੈਨ ਸੇ ਇਟ ਇਜ਼ ਦੀ ਫਰਸਟ ਸੈਂਟੈਂਸ ਆਫ ਦੀ ਰੀਆਰਡਰ ਪੈਰਾਗ੍ਰਾਫ। ਤੇ ਉਸ ਤੋਂ ਬਾਅਦ ਜਦੋਂ ਸਾਨੂੰ ਇਹ ਚੀਜ਼ ਪਤਾ ਲੱਗ ਗਈ, ਆਪਾਂ ਨੂੰ ਪੋਜੀਸ਼ਨ ਨਹੀਂ ਮਤਲਬ ਪੋਜੀਸ਼ਨ ਨਹੀਂ ਪਤਾ ਸੀਗੀ ਉਹਨਾਂ ਦੀ, ਸੋ ਉਸ ਤੋਂ ਬਾਅਦ ਕੀ ਹੋਇਆ ਕਿ ਬਟ ਇਨ 2010 ਐਂਡ 11, ਬਟ 10 ਔਰ 11 ਦੇ ਵਿੱਚ ਵਨੀਸਾ ਹਲ ਯੂਨੀਵਰਸਿਟੀ ਹੈਗੀ ਹੈ, ਮਤਲਬ ਯੂਨੀਵਰਸਿਟੀ ਦੇ ਵਿੱਚ ਹੈਗੀ ਹੈ, ਤੇ ਉਹਦੇ ਕੋਲੀਗਸ ਨੂੰ ਪਰਮਿਸ਼ਨ ਮਿਲੀ ਹੈ ਕਿ ਦੇ ਕੈਨ ਅਟੈਚ GPS ਟਰੈਕਿੰਗ ਕਾਲਰਸ ਟੂ 5 ਪਾਂਡਾਸ। ਸੋ ਦਿਸ ਇਜ਼ ਦੀ ਸੈਕਿੰਡ ਸੈਂਟੈਂਸ। ਐਂਡ ਉਸ ਤੋਂ ਬਾਅਦ ਉਹਨਾਂ ਨੇ ਕੀ ਕੀਤਾ, ਸੈਕਿੰਡ ਸੈਂਟੈਂਸ ਦੇ ਵਿੱਚ ਮਤਲਬ ਉਹਨਾਂ ਨੇ ਪਰਮਿਸ਼ਨ ਲੈ ਲਈ GPS ਟਰੈਕਿੰਗ ਕਾਲਰਸ ਨੂੰ ਮਤਲਬ ਅਟੈਚ ਕਰਤਾ ਤੇ 5 ਪਾਂਡਾਸ ਦੇ ਨਾਲ ਜਿਹੜਾ ਸੀਗਾ ਚਾਈਨਾ ਦੇ ਵਿੱਚ। ਤੇ ਉਸ ਤੋਂ ਬਾਅਦ ਕੀ ਹੋਇਆ ਕਿ ਜਿਹੜੇ ਕਾਲਰਸ ਨੇ ਉਹਨਾਂ ਨੇ ਐਨੀਮਲਸ ਦੀ ਪੋਜੀਸ਼ਨ ਟਰਾਂਸਮਿਟਡ ਈਚ ਐਨੀਮਲਸ ਪੋਜੀਸ਼ਨ ਫॉर ਐਵਰੀ 4 ਆਵਰਸ, ਤੇ ਉਹਨਾਂ ਨੇ ਕੀ ਕੀਤਾ ਕਿ ਉਹਨਾਂ ਦੀ ਪੋਜੀਸ਼ਨ ਫਾਈਂਡ ਆਊਟ ਕੀਤੀ ਫॉर ਐਵਰੀ 4 ਆਵਰਸ ਫॉर ਅਪ ਟੂ 2 ਇਅਰਸ। ਉਸ ਤੋਂ ਬਾਅਦ ਕੀ ਹੋਇਆ ਕਿ ਦੀ ਟੀਮ ਨੇ ਕਨਕਲੂਜ਼ਨ ਕੀ ਕੱਢਿਆ, ਮਤਲਬ ਜੋ ਉਹਨਾਂ ਨੇ ਕੀਤਾ ਉਸ ਤੋਂ ਕੀ ਫਾਈਂਡ ਆਊਟ ਹੋਇਆ, ਦੀ ਟੀਮ ਫਾਊਂਡ ਦੈਟ ਦੀ ਹੋਮ ਰੇਂਜਸ ਆਫ ਇੰਡੀਵਿਜੂਅਲ ਪਾਂਡਾਸ ਓਵਰਲੈਪ, ਮਤਲਬ ਉਹਨਾਂ ਦੀ ਜਿਹੜੀ ਪੋਜੀਸ਼ਨ ਹੈਗੀ ਹੈ ਉਹ ਓਵਰਲੈਪ ਹੋ ਰਹੀ ਹੈ ਕੁਝ ਟਾਈਮ ਲਈ। ਦੋ ਪਾਂਡਾਸ ਮਤਲਬ ਆਪਸ ਦੇ ਵਿੱਚ ਟਾਈਮ ਸਪੈਂਡ ਕਰ ਰਹੇ ਨੇ, ਜਿੱਦਾਂ ਉਹਨਾਂ ਨੇ ਲਾਸਟ ਉਹਦੇ ਵਿੱਚ ਲਿਖਿਆ ਕਿ 2 ਐਨੀਮਲਸ ਸਪੈਂਡ ਸੈਵਰਲ ਵੀਕਸ ਇਨ ਕਲੋਜ਼ ਪ੍ਰੋਕਸੀਮਿਟੀ। ਸੋ ਇਹ ਸਾਡਾ ਕੀ ਹੋਏਗਾ फोर्थ। सो साडा जिहड़ा सीक्वेंस बनेगा 3 2 1 4। आपां आंसर चैक कर लैंदे हां। सो आंसर दे विच भी अपने कोल की हैगा 3 2 1 4। सो मेरा ये एग्जाम्पल लेने का मोटिव ये सीगा कि थानू पता चल जाए कि कई बार जिहड़ा सेंटेंस हैगा वो 20 तो भी स्टार्ट हो सकता है, मतलब जिहड़ा तुहाडा पैराग्राफ गिवन हैगा वो 20 तो भी स्टार्ट हुंदा है। उस तो बाद तुसी जिहड़ा सीक्वेंस है वो डिसाइड करना है कि सीक्वेंस मतलब इत्थे थानू पता लग रहा है कि जिहड़ी ये चीज़ की गल हुई वो सैकेंड लाइन दे विच उहदा आंसर पिया है। सो अगर सैकेंड लाइन दे विच गल हो रही है तो थर्ड लाइन दे विच आंसर है, सेम जिहड़ा आंसर है फोर्थ लाइन दे विच भी हैगा। सो मैं अगे एक दो एग्जाम्पल्स होर लए ने, आपां डिस्कस करते हैं। नैक्सट हैगा अपने कोल ड्राइवर लाइसेंसिस। सो ਇਹਦੇ ਵਿੱਚ ਆਪਣੇ ਕੋਲ 5 ਲਾਈਨਸ ਗਿਵਨ ਨੇ। ਸੋ 5 ਲਾਈਨਸ ਅਗਰ ਆਪਣੇ ਕੋਲ ਗਿਵਨ ਨੇ ਤਾਂ ਤੁਸੀਂ ਪਹਿਲਾਂ 5 ਲਾਈਨਸ ਦੇ ਵਾਸਤੇ ਕੀ ਕਰਨਾ ਹੈ, ਇਹਦੇ ਵਿੱਚ ਇਹ ਹੋਏਗਾ ਕਿ ਜਿਹੜੀ ਤੁਹਾਡੀ ਸਕੋਰਿੰਗ ਹੋਏਗੀ ਤੁਹਾਨੂੰ 4 ਪੁਆਇੰਟਸ ਮਿਲਣਗੇ। ਅਗਰ ਤੁਹਾਡਾ ਇੱਕ ਪੇਅਰ ਕਰੈਕਟ ਹੈਗਾ ਤਾਂ ਤੁਹਾਨੂੰ 1 ਪੁਆਇੰਟ ਮਿਲੇਗਾ, ਮਤਲਬ 1 ਔਰ 2 ਦੀ ਪੇਅਰਿੰਗ ਕਰੈਕਟ ਹੈ, 2 ਔਰ 3 ਦੀ ਹੈ 2 ਪੁਆਇੰਟਸ, ਦੈਨ 3 4 3 ਪੁਆਇੰਟਸ 4 5 4 ਪੁਆਇੰਟਸ। सो इस दे विच तुसी ट्राई करना है कि घट्टो घट्ट अगर तुहानू 5 लाइन्स आ रही हैं तो तुहाडे 2 या 3 पेयर्स ठीक हो जान, मतलब इस चीज़ की तुसी जरूर ट्राई करनी है। सो आपां स्टार्ट करते हैं। जिहड़ी फर्स्ट लाइन है वो दिस तो स्टार्ट हो रही है, दिस शुड ड्रॉ द पब्लिक अटेंशन एंड पीपल शुड पुट मोर कंसर्नस ऑन टीनेजर। दिस मतलब ਇਹ ਜਿਹੜਾ ਹੈਗਾ ਉਹ ਡਰਾ ਕਰ ਰਿਹਾ ਪਬਲਿਕ ਅਟੈਂਸ਼ਨ, ਮਤਲਬ ਇੱਕ ਪਬਲਿਕ ਅਟੈਂਸ਼ਨ ਦੀ ਇਹ ਗੱਲ ਹੋ ਰਹੀ ਹੈ। ਐਂਡ ਪੀਪਲ ਸ਼ੁੱਡ ਪੁੱਟ ਮੋਰ ਕੰਸਰਨ, ਮਤਲਬ ਲੋਕਾਂ ਨੂੰ ਇਸ ਉੱਤੇ ਜ਼ਿਆਦਾ ਕੰਸਰਨ ਦੀ ਜ਼ਰੂਰਤ ਹੈਗੀ ਹੈ ਔਨ ਟੀਨੇਜਰਸ। ਸੋ ਦਿਸ ਜਿਹੜਾ ਵਰਡ ਹੈਗਾ ਉਹ ਦਿਸ ਦਾ ਜਿਹੜਾ ਮੀਨਿੰਗ ਹੈਗਾ ਉਹ ਸੈਕਿੰਡ ਜਾਂ ਥਰਡ ਜਾਂ ਫੋਰਥ ਫਿਫਥ ਲਾਈਨ ਕਿਤੇ ਵੀ ਹੋ ਸਕਦਾ ਹੈ। ਸੋ ਆਪਾਂ ਨੈਕਸਟ ਲਾਈਨ ਪੜ੍ਹਦੇ ਹਾਂ। As a new method, it is advised to have more qualifications for teenagers to get licenses. Means as a new method, ਨਵੇਂ ਮੈਥਡ ਦੇ ਅਕੋਰਡਿੰਗ ਇਹ ਮਤਲਬ ਐਡਵਾਈਸ ਦਿੱਤੀ ਗਈ ਹੈ ਕਿ ਜਿਹੜੇ ਟੀਨੇਜਰਸ ਨੇ ਉਹਨਾਂ ਨੂੰ ਲਾਇਸੈਂਸ ਲੈਣ ਵਾਸਤੇ ਜ਼ਿਆਦਾ ਕੁਆਲੀਫਿਕੇਸ਼ਨ ਦੀ ਜ਼ਰੂਰਤ ਹੈਗੀ ਹੈ। ਥਰਡ ਜਿਹੜਾ ਹੈਗਾ ਉਹਦੇ 'ਚ ਲਿਖਿਆ ਉਹਨੇ particularly most of those accidents happen between 1 AM and 5 AM, for example in port।
ਸੋ ਉਹਨੇ ਕਿਹਾ ਕਿ ਜਿਹੜੇ ਪਾਰਟਿਕੂਲਰਲੀ ਮੋਸਟ ਆਫ ਦੀ ਐਕਸੀਡੈਂਟਸ ਨੇ ਉਹ ਬਿਟਵੀਨ 1 AM ਐਂਡ 5 AM ਦੇ ਵਿੱਚ ਹੋ ਰਹੇ ਨੇ, ਮੀਨਸ ਮਾਰਨਿੰਗ ਦੇ ਵਿੱਚ ਹੋ ਰਹੇ ਨੇ। ਉਸ ਤੋਂ ਬਾਅਦ ਫੋਰਥ ਦੇ ਵਿੱਚ ਉਹਨੇ ਲਿਖਿਆ ਕਿ ਅਕੋਰਡਿੰਗ ਟੂ ਦੀ ਰਿਸਰਚ ਮੋਰ ਕਾਰ ਐਕਸੀਡੈਂਟਸ ਅਕਰ ਇਨ ਦੀ ਮਾਰਨਿੰਗ। ਸੋ ਜੇ ਆਪਾਂ ਗੱਲ ਕਰੀਏ ਤਾਂ ਇਹ ਦੋਨੋਂ ਸੈਂਟੈਂਸਸ ਆਪਸ ਦੇ ਵਿੱਚ ਰਿਲੇਟਡ ਨੇ। ਉਹਨੇ ਪਹਿਲਾਂ ਲਿਖਿਆ ਅਕੋਰਡਿੰਗ ਟੂ ਦੀ ਰਿਸਰਚ, ਉਸ ਤੋਂ ਬਾਅਦ ਆਏਗਾ ਪਾਰਟਿਕੂਲਰਲੀ ਮੋਸਟ ਆਫ ਦੀ ਐਕਸੀਡੈਂਟ। ਮਾਰਨਿੰਗ ਦੀ ਗੱਲ ਹੋ ਗਈ ਤੇ ਜਿਹੜਾ ਮਾਰਨਿੰਗ ਦਾ ਟਾਈਮ ਹੈਗਾ ਐਕਚੁਅਲ 'ਚ ਉਹ ਟਾਈਮ ਕਿੱਥੇ ਪਿਆ ਬਿਟਵੀਨ 1 AM ਐਂਡ 5 AM। ਸੋ ਇੱਥੇ ਤੁਸੀਂ ਜੱਜ ਕਰ ਸਕਦੇ ਹੋ ਕਿ ਇਹ ਜਿਹੜੇ ਦੋਨੋਂ ਸੈਂਟੈਂਸਸ ਨੇ ਉਹ ਆਪਸ ਦੇ ਵਿੱਚ ਰਿਲੇਟਡ ਨੇ। ਸੋ ਯੂ ਹੈਵ ਟੂ ਡਿਸਾਈਡ ਕਿ ਜਿਹੜਾ ਫਸਟ ਆਏਗਾ ਉਹ ਕਿਹੜਾ ਆਏਗਾ, ਉਸ ਤੋਂ ਬਾਅਦ ਕਿਹੜਾ ਆਏਗਾ। ਸੋ ਅਕੋਰਡਿੰਗ ਟੂ ਦੀ ਨਿਊ ਰਿਸਰਚ ਕੈਨ ਬੀ ਦੀ ਓਪਨਿੰਗ ਸੈਂਟੈਂਸ ਤੇ ਇਹ ਤੁਹਾਡਾ ਕੀ ਹੋ ਸਕਦਾ ਹੈ, ਸੈਕਿੰਡ ਸੈਂਟੈਂਸ। ਉਸ ਤੋਂ ਬਾਅਦ ਨੈਕਸਟ ਹੈ ਸਪੈਸ਼ਲੀ ਦਿਸ ਹੈਪਨਸ ਵੈਰੀ ਆਫਨ ਅਮੰਗ ਟੀਨੇਜ ਡਰਾਈਵਰਸ। ਸੋ ਜੇ ਆਪਾਂ ਗੱਲ ਕਰੀਏ ਤਾਂ ਇਹ ਤਿੰਨੋਂ ਜਿਹੜੀਆਂ ਲਾਈਨਸ ਨੇ ਇਹ ਈਜ਼ੀਲੀ ਰਿਲੇਟ ਹੋ ਰਹੀਆਂ। ਪਹਿਲਾਂ ਉਹਨੇ ਕਿਹਾ ਕਿ ਇੱਕ ਰਿਸਰਚ ਦੇ ਅਕੋਰਡਿੰਗ ਜਿਹੜੇ ਕਾਰ ਐਕਸੀਡੈਂਟਸ ਨੇ ਉਹ ਮਾਰਨਿੰਗ ਦੇ ਵਿੱਚ ਜ਼ਿਆਦਾ ਹੋ ਰਹੇ ਨੇ, ਤੇ ਉਸ ਤੋਂ ਬਾਅਦ ਉਹਨੇ ਕਿਹਾ ਕਿ ਪਾਰਟਿਕੂਲਰਲੀ ਮਾਰਨਿੰਗ ਦਾ ਟਾਈਮ ਪੀਰੀਅਡ ਕੀ ਹੈਗਾ ਬਿਟਵੀਨ 1 ਐਂਡ 5 AM। ਉਸ ਤੋਂ ਬਾਅਦ ਕਰਿਆ ਕਿ ਸਪੈਸ਼ਲੀ ਮਤਲਬ ਇੱਥੇ ਟੀਨੇਜ ਦੀ ਗੱਲ ਨਹੀਂ ਹੋਈ, ਨਾ ਫੋਰਥ ਦੇ ਵਿੱਚ ਹੋਈ ਹੈ ਨਾ ਥਰਡ ਦੇ ਵਿੱਚ ਹੋਈ ਹੈ। ਸਪੈਸ਼ਲੀ ਐਕਸੀਡੈਂਟ ਮਾਰਨਿੰਗ ਦੇ ਵਿੱਚ ਕਿਵੇਂ ਹੋ ਰਹੇ ਨੇ, ਮਤਲਬ ਕਿਹਦੇ ਥਰੂ ਹੋ ਰਹੇ ਨੇ, ਦਿਸ ਹੈਪਨਸ ਵੈਰੀ ਆਫਨ ਅਮੰਗ ਟੀਨੇਜ ਡਰਾਈਵਰਸ। ਸੋ ਇਹ ਤਿੰਨ ਸੈਂਟੈਂਸ ਤੁਸੀਂ ਈਜ਼ੀਲੀ ਰਿਲੇਟ ਕਰ ਸਕਦੇ ਹੋ। ਸੋ ਮੇਰੇ ਅਕੋਰਡਿੰਗ ਜਿਹੜਾ ਅਕੋਰਡਿੰਗ ਟੂ ਦੀ ਰਿਸਰਚ ਆਏਗਾ ਉਹ ਫਸਟ ਸੈਂਟੈਂਸ ਆਏਗਾ ਕਿ ਅਕੋਰਡਿੰਗ ਟੂ ਰਿਸਰਚ ਇਹ ਚੀਜ਼ ਫਾਈਂਡ ਆਊਟ ਹੋਈ ਹੈ। ਸੋ ਪਾਰਟਿਕੂਲਰਲੀ ਜਿਹੜਾ ਇਹ ਐਕਸੀਡੈਂਟਸ ਨੇ ਉਹ ਕਦੋਂ ਹੋ ਰਹੇ ਨੇ, ਮਾਰਨਿੰਗ ਦੇ ਵਿੱਚ 1 AM ਐਂਡ 5 AM ਦੇ ਵਿੱਚ, ਤੇ ਸਪੈਸ਼ਲੀ ਇਹ ਕਦੋਂ ਮਤਲਬ ਕਿਵੇਂ ਹੋ ਰਹੇ ਨੇ, ਦਿਸ ਹੈਪਨਸ ਵੈਰੀ ਆਫਨ ਅਮੰਗ ਟੀਨੇਜ ਡਰਾਈਵਰਸ। ਮੀਨਸ ਤੁਸੀਂ ਈਜ਼ੀਲੀ ਇਹ ਤਿੰਨ ਤਾਂ ਬਣਾ ਹੀ ਲਏ। ਸੋ ਅਗਰ ਇਹ ਤਿੰਨ ਬਣਾ ਲਏ ਤਾਂ ਮਤਲਬ ਤੁਹਾਡੇ 2 ਪੁਆਇੰਟਸ ਤਾਂ ਪੱਕਾ ਨਹੀਂ। ਸੋ ਉਸ ਤੋਂ ਬਾਅਦ ਕੀ ਆ ਰਿਹਾ ਹੈ, ਮਤਲਬ ਜੇ ਇਹ ਗੱਲ ਹੋਈ ਐਂਡ ਦਿਸ ਸ਼ੁੱਡ ਮਤਲਬ ਦਿਸ ਕੈਨ ਬੀ ਦਿਸ, ਮਤਲਬ ਇੱਥੇ ਵੀ ਦਿਸ ਹੈਪਨਸ ਹੈ, ਇੱਥੇ ਵੀ ਦਿਸ ਹੀ ਹੈ। ਸੋ ਇਹਦਾ ਜਿਹੜਾ ਦਿਸ ਹੈ ਉਹਦਾ ਆਂਸਰ ਇੱਥੇ ਪਿਆ ਹੈ। ਸੋ ਇਹ ਜਿਹੜਾ ਦਿਸ ਹੈ ਉਹਦਾ ਆਂਸਰ ਆਪਣੇ ਕੋਲ ਇੱਥੇ ਪਿਆ ਹੈ। ਸੋ ਦਿਸ ਸ਼ੁੱਡ ਡਰਾ ਦੀ ਪਬਲਿਕ ਅਟੈਂਸ਼ਨ ਐਂਡ ਪੀਪਲ ਸ਼ੁੱਡ ਪੁੱਟ ਮੋਰ ਕੰਸਰਨ ਔਨ ਟੀਨੇਜਰਸ। ਮਤਲਬ ਇਹਦੇ ਨਾਲ ਕੀ ਹੋਇਆ ਕਿ ਲੋਕਾਂ ਦੀ ਅਟੈਂਸ਼ਨ ਮਤਲਬ ਇਹਦੇ ਨਾਲ ਵਧੀ ਐਂਡ ਉਹਨਾਂ ਨੇ ਕੀ ਕੀਤਾ ਕਿ ਆਪਣਾ ਜਿਹੜਾ ਮੋਰ ਕੰਸਰਨ ਹੈਗਾ ਉਹ ਦਿਖਾਇਆ ਇਸ ਉੱਤੇ। ਤੇ ਉਸ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਨਵਾਂ ਮੈਥਡ ਜਿਹੜਾ ਆਇਆ ਹੈ ਉਹਦੇ ਵਿੱਚ ਇਹ ਐਡਵਾਈਸ ਹੋਇਆ ਕਿ ਟੂ ਹੈਵ ਮੋਰ ਕੁਆਲੀਫਿਕੇਸ਼ਨਸ ਫॉर ਟੀਨੇਜਰਸ ਟੂ ਗੈਟ ਲਾਇਸੈਂਸ। ਸੋ ਇਹ ਸਾਡਾ ਜਿਹੜਾ ਸੀਕੁਐਂਸ ਬਣੇਗਾ ਉਹ ਬਣੇਗਾ 4 3 5 1 2। ਸੋ ਆਪਾਂ ਚੈੱਕ ਕਰਦੇ ਹਾਂ ਕਿ ਇਹੀ ਸੀਕੁਐਂਸ ਹੈ। ਸੋ ਆਪਣੇ ਕੋਲ ਇਹੀ ਸੀਕੁਐਂਸ ਹੈ 4 3 4 3 ਦੈਨ 5 1 2 5 1 2। ਸੋ ਤੁਸੀਂ ਜ਼ਰੂਰੀ ਨਹੀਂ ਹੈਗਾ ਹਮੇਸ਼ਾ ਕਿ ਜਿਹੜਾ ਫਸਟ ਜਿਹੜੀ ਲਾਈਨ ਹੈ ਜਾਂ ਸੈਕਿੰਡ ਲਾਈਨ ਹੈ ਮਤਲਬ ਉਹਦੇ 'ਚ ਹੀ ਤੁਹਾਡਾ ਆਂਸਰ ਪਿਆ ਹੈ। ਸੋ ਕਈ ਵਾਰ ਕੀ ਹੁੰਦਾ ਕਿ ਦੋ ਪੈਰਾਗ੍ਰਾਫਸ ਇਕੱਠੇ ਵੀ ਗਿਵਨ ਹੁੰਦੇ ਨੇ, ਜਿਵੇਂ 4 3 ਹੈ ਆਪਣੇ ਕੋਲ ਸੀਕੁਐਂਸ 'ਚ 3 4 ਸੀਗਾ, ਬਟ ਅਗਰ ਆਪਾਂ ਇਹਨੂੰ ਚੈੱਕ ਕਰ ਰਹੇ ਹਾਂ ਤਾਂ ਇੱਥੇ ਜਿਹੜਾ ਸੀਕੁਐਂਸ ਬਣ ਗਿਆ 4 3 ਹੈ ਤੇ 1 ਔਰ 2 ਐਜ਼ ਇਟ ਇਜ਼ ਸੇਮ ਪਿਆ ਸੀਗਾ, ਕਿਉਂਕਿ ਇਹਦੇ ਵਿੱਚ ਲਿਖਿਆ ਸੀ ਅਟੈਂਸ਼ਨ ਹੈਗੀ ਹੈ ਤੇ ਇਹਦੇ ਵਿੱਚ ਉਹਨੇ ਕੀ ਲਿਖਿਆ ਸੀ ਕਿ ਇਸ ਅਟੈਂਸ਼ਨ ਨੂੰ ਮਤਲਬ ਅਗਰ ਤੁਸੀਂ ਲੈ ਰਹੇ ਹੋ ਕੰਸਰਨ ਸ਼ੋ ਕਰ ਰਹੇ ਹੋ ਤਾਂ ਉਹਦਾ ਜਿਹੜਾ ਸੋਲਿਊਸ਼ਨ ਹੈ ਉਹ ਇਸ ਲਾਈਨ ਦੇ ਵਿੱਚ ਪਿਆ ਸੀ। ਸੋ ਜਿਹੜਾ ਸੀਕੁਐਂਸ ਬਣਿਆ 4 3 5 1 2, ਅਗਰ ਤੁਸੀਂ ਇਹਦੇ ਵਿੱਚ ਕੁਝ ਵੀ ਨਹੀਂ ਕਰਦੇ 1 2 ਐਜ਼ ਇਟ ਇਜ਼ ਛੱਡ ਦਿੰਦੇ ਹੋ ਮਤਲਬ, ਤਾਂ ਵੀ ਤੁਹਾਨੂੰ ਜਿਹੜੇ ਮਾਰਕਸ ਨੇ ਤੁਹਾਨੂੰ 1 ਪੁਆਇੰਟ ਤਾਂ ਮਿਲੇਗਾ ਹੀ ਮਿਲੇਗਾ। ਸੋ ਤੁਸੀਂ ਹਮੇਸ਼ਾ ਟਰਾਈ ਕਰਨੀ ਹੈ ਕਿ ਤੁਸੀਂ ਸੈਂਟੈਂਸਿਸ ਨੂੰ ਫਸਟ ਜਿਹੜੇ ਸੈਂਟੈਂਸਿਸ ਨੇ ਵਿੱਚ ਵਾਲੇ ਨੇ ਜਾਂ ਲਾਸਟ ਵਾਲੇ ਨੇ ਸਾਰਿਆਂ ਨੂੰ ਪੜ੍ਹਨਾ ਹੈ, ਕਿਉਂਕਿ ਕਈ ਸਟੂਡੈਂਟਸ ਕੀ ਕਰਦੇ ਨੇ ਸਿਰਫ 2 ਸੈਂਟੈਂਸ ਪੜ੍ਹਨਗੇ ਉੱਥੇ ਹੀ ਅਟਕੇ ਰਹਿਣਗੇ ਕਿ ਅੱਛਾ ਇੱਥੇ ਨਹੀਂ ਹੋ ਰਿਹਾ ਤਾਂ ਇੱਥੇ ਨਹੀਂ ਹੋ ਰਿਹਾ। ਸਾਰੇ ਸੈਂਟੈਂਸਿਸ ਨੂੰ ਇੱਕ ਵਾਰ ਜ਼ਰੂਰ ਪੜ੍ਹੋ। ਸੋ ਆਪਾਂ ਇੱਕ ਹੋਰ ਐਗਜ਼ਾਮਪਲਸ ਕਰਦੇ ਹਾਂ, 1 2 ਐਗਜ਼ਾਮਪਲਸ ਹੋਰ ਲਈਆਂ ਨੇ ਮੈਂ। ਨੈਕਸਟ ਹੈਗੀ ਆਪਣੇ ਕੋਲ ਜੈਂਡਰ ਸਟੀਰੀਓਟਾਈਪ, ਤੇ ਇਹਦੇ ਵਿੱਚ ਜਿਹੜੀਆਂ ਸਾਡੇ ਕੋਲ ਪੈਰਾਗ੍ਰਾਫਸ ਨੇ ਸੈਂਟੈਂਸਿਸ ਨੇ ਉਹ 5 ਗਿਵਨ ਨੇ। ਸੋ ਆਪਾਂ ਨੇ ਇਹਨਾਂ ਨੂੰ ਵੀ ਮਤਲਬ ਸੀਕੁਐਂਸ ਦੇ ਵਿੱਚ ਲੈ ਕੇ ਆਉਣਾ ਹੈ। ਸੋ ਪਹਿਲਾਂ ਆਪਾਂ ਇਹਨਾਂ ਨੂੰ ਇੱਕ ਵਾਰ ਰੀਡ ਕਰਦੇ ਹਾਂ। ਸਮ ਟਾਈਮ the infant was dressed in blue and was called Adam, and sometimes it was dressed in pink and was called Beth. Next day there were 3 boys in the room, a train boy stereotype, a girl stereotype, a doll sorry, and a fish neutral. ਉਸ ਤੋਂ ਬਾਅਦ ਹੈਗਾ ਦੀ ਰਿਸਰਚ ਬਾਈ ਵਿਲ ਐਂਡ ਕੋਲੀਗਸ ਡਰੈਸ 6 month old babies in different color outfits.
ਸੋ ਸਭ ਤੋਂ ਜਿਹੜਾ ਫਸਟ ਸੈਂਟੈਂਸ ਹੈ ਉਹਦੇ ਵਿੱਚ ਗੱਲ ਹੋ ਰਹੀ ਹੈ ਕਿ ਜਿਹੜੇ ਇਨਫੈਂਟ ਵਾਸ ਡਰੈਸਡ, ਮਤਲਬ ਜਿਹੜੇ ਬੱਚੇ ਨੇ ਆਪਾਂ ਕਹਿ ਦਿਓ ਕਿ ਉਹਦੇ ਵਿੱਚ ਉਹਨਾਂ ਨੇ ਕੀ ਕੀਤਾ ਹੈ ਕਿ ਕੁਛ ਨੂੰ ਬਲੂ ਦੇ ਵਿੱਚ ਉਹਨਾਂ ਨੂੰ ਡਰੈਸ ਕੀਤਾ ਤੇ ਕੁਛ ਜਿਹੜੇ ਬਲੂ ਦੇ ਵਿੱਚ ਡਰੈਸ ਕੀਤੇ ਨੇ ਉਹਨਾਂ ਨੂੰ ਐਡਮ ਉਹਨਾਂ ਨੇ ਨਾਮ ਦਿੱਤਾ ਹੈ, ਤੇ ਜਿਹੜੇ ਪਿੰਕ ਦੇ ਵਿੱਚ ਉਹਨਾਂ ਨੂੰ ਡਰੈਸ ਕੀਤਾ ਉਹਨਾਂ ਨੂੰ ਬੈਥ ਦੇ ਨਾਮ ਦਿੱਤਾ ਹੈ। ਤੇ ਉਹਦੇ ਸੈਕਿੰਡ ਲਾਈਨ ਦੇ ਵਿੱਚ ਲਿਖਿਆ देयर वर 3 ਬॉयਜ਼ ਇਨ ਅ ਰੂਮ, ਟॉयਜ਼ ਸੌਰੀ, ਕਿ 3 ਟॉयਜ਼ ਨੇ ਰੂਮ ਦੇ ਵਿੱਚ। ਟ੍ਰੇਨ ਹੈਗੀ ਹੈ, ਉਹ ਜਿਹੜੀ ਟ੍ਰੇਨ ਹੈਗੀ ਹੈ ਉਹਨੂੰ ਲਿੰਕ ਕੀਤਾ ਬॉय ਸਟੀਰੀਓਟਾਈਪ ਦੇ ਨਾਲ, ਡॉल ਨੂੰ ਲਿੰਕ ਕੀਤਾ ਗਰਲ ਸਟੀਰੀਓਟਾਈਪ ਦੇ ਨਾਲ, ਤੇ ਫਿਸ਼ ਨੂੰ ਉਹਨਾਂ ਨੇ ਨਿਊਟਰਲ ਲਿਆ। ਥਰਡ ਲਾਈਨ ਦੇ ਵਿੱਚ ਉਹਨਾਂ ਨੇ ਲਿਖਿਆ ਦੀ ਰਿਸਰਚ ਬਾਈ ਵਿਲ, ਮਤਲਬ ਇੱਕ ਰਿਸਰਚ ਹੋਈ ਹੈ ਐਂਡ ਕੋਲੀਗਸ, ਤੇ ਉਹਦੇ ਕੋਲੀਗਸ ਦੇ ਵਿੱਚ ਡਰੈਸਡ 6 ਮੰਥਸ 올ਡ ਬੇਬੀਜ਼ ਇਨ ਡਿਫਰੈਂਟ ਕਲਰਡ ਆਊਟਫਿਟ, ਮਤਲਬ ਉਹਨਾਂ ਨੇ ਜਿਹੜੇ 6 ਮੰਥਸ 올ਡ ਬੇਬੀਜ਼ ਨੇ ਉਹਨਾਂ ਨੂੰ ਡਿਫਰੈਂਟ ਕਲਰਡ ਆਊਟਫਿਟਸ ਦੇ ਵਿੱਚ ਡਰੈਸ ਕੀਤਾ। that didn't necessarily match their gender, ਮਤਲਬ ਉਹ ਜ਼ਰੂਰੀ ਨਹੀਂ ਹੈਗਾ ਕਿ ਉਹਨਾਂ ਦੇ ਜੈਂਡਰ ਨਾਲ ਮੈਚ ਕਰ ਰਹੀ ਹੈ। so the participants had no way of knowing if the baby was in fact a boy or a girl, ਮਤਲਬ ਇਹਦੇ 'ਚ ਇਹ ਹੈਗਾ ਕਿ ਉਹਨਾਂ ਨੂੰ ਪਤਾ ਨਹੀਂ ਚੱਲ ਰਿਹਾ ਐਕਚੁਅਲ ਦੇ ਵਿੱਚ ਕਿ ਉਹ ਬॉय ਹੈਗਾ ਜਾਂ ਗਰਲ ਹੈਗੀ ਹੈ। ਨੈਕਸਟ ਲਾਈਨ ਦੇ ਵਿੱਚ ਲਿਖਿਆ ਕਿ ਦਿਸ ਸਟੱਡੀ ਫਾਊਂਡ ਦੈਟ ਬੇਬੀਜ਼ ਡਰੈਸਡ ਇਨ ਬਲੂ ਐਂਡ ਥੌਟ ਟੂ ਬੀ ਬॉयਜ਼ ਵਰ ਮੋਰ ਲਾਈਕਲੀ ਟੂ ਬੀ ਗਿਵਨ ਦੀ ਟ੍ਰੇਨ, ਜਿਹੜੇ ਬੱਚੇ ਬਲੂ ਡਰੈਸ ਦੇ ਵਿੱਚ ਸੀਗੇ ਉਹਨਾਂ ਨੂੰ ਮਤਲਬ ਜਿਹੜਾ ਟ੍ਰੇਨ ਟॉय ਹੈਗਾ ਉਹ ਜ਼ਿਆਦਾ ਪ੍ਰੈਫਰ ਕੀਤਾ ਗਿਆ ਹੈ। ਬੇਬੀਜ਼ ਇਨ ਪਿੰਕ ਔਰ ਗਰਲਸ ਵਰ ਮੋਰ ਲਾਈਕਲੀ ਟੂ ਬੀ ਗਿਵਨ ਦੀ ਡॉल, ਜਿਹੜੀਆਂ ਬੇਬੀਜ਼ ਗਰਲ ਨੇ ਉਹਨਾਂ ਨੂੰ ਪਿੰਕ ਮਤਲਬ ਡॉल ਟॉय ਦਿੱਤਾ ਗਿਆ ਹੈ। ਐਂਡ ਮੋਰ ਪੀਪਲ ਸਮਾਈਲਡ ਐਟ ਬੈਥ ਦੈਨ ਐਟ ਐਡਮ, ਮਤਲਬ ਜ਼ਿਆਦਾ ਲੋਕਾਂ ਨੇ ਸਮਾਈਲ ਕੀਤਾ ਹੈਗਾ ਬੈਥ ਦੀ ਕੋਲ ਤੇ ਐਜ਼ ਕੰਪੇਅਰ ਟੂ ਦੀ ਐਡਮ। ਸੋ ਆਪਾਂ ਇਹਦਾ ਸੀਕੁਐਂਸ ਡਿਸਾਈਡ ਕਰਨਾ ਹੈ। ਸੋ ਸੀਕੁਐਂਸ ਕੀ ਹੋਏਗਾ ਇਹਦਾ, ਸਭ ਤੋਂ ਪਹਿਲਾਂ ਤਾਂ ਸਮ ਟਾਈਮ ਦੀ ਗੱਲ ਹੋਈ ਹੈ ਫਸਟ ਸੈਂਟੈਂਸ ਦੇ ਵਿੱਚ। ਸਮ ਟਾਈਮ ਦੀ ਇਨਫੈਂਟ ਵਾਸ ਡਰੈਸਡ, ਮਤਲਬ ਕੁਛ ਟਾਈਮ ਲਈ ਉਹਨਾਂ ਨੇ ਡਰੈਸ ਕੀਤਾ। ਬਟ ਸੈਕਿੰਡ ਜਿਹੜਾ ਸੈਂਟੈਂਸ ਹੋਇਆ ਸੀ ਉਹ ਸੀਗਾ देयर वर 3 ਟॉयਜ਼। ਸੋ देयर वर 3 ਟॉयਜ਼ ਤਾਂ ਬਾਅਦ ਦੀ ਗੱਲ ਹੋਏਗੀ ਕਿ ਜਦੋਂ ਕੋਈ ਰਿਸਰਚ ਹੋਈ ਉਸ ਟਾਈਮ ਤੇ ਉੱਥੇ 3 ਟॉयਜ਼ ਸੀਗੇ, ਸੋ ਉੱਥੇ ਆਪਾਂ ਕਹਿ ਸਕਦੇ ਹਾਂ। ਥਰਡ ਲਾਈਨ ਹੈਗੀ ਹੈ ਦੀ ਰਿਸਰਚ ਬਾਈ ਵਿਲ, ਦੈਨ ਇਟ ਕੈਨ ਬੀ ਦੀ ਫਸਟ ਸੈਂਟੈਂਸ। ਨੈਕਸਟ ਲਾਈਨ ਹੈਗੀ ਹੈ ਦਿਸ ਸਟੱਡੀ ਫਾਊਂਡ ਦੈਟ, ਦਿਸ ਸਟੱਡੀ ਮਤਲਬ ਇਹ ਸਟੱਡੀ ਕਿਤੇ ਹੋਈ। ਸੋ ਤੁਸੀਂ ਈਜ਼ਲੀ ਰਿਲੇਟ ਕਰ ਸਕਦੇ ਹੋ ਕਿ ਇਹ ਸੀਕੁਐਂਸ ਬਣ ਰਿਹਾ ਹੈ ਜਾਂ ਨਹੀਂ ਬਣ ਰਿਹਾ, ਕਿਉਂਕਿ ਇੱਥੇ ਰਿਸਰਚ ਹੋਈ ਹੈ, ਇੱਥੇ ਉਹ ਸਟੱਡੀ ਦੀ ਗੱਲ ਕਰ ਰਿਹਾ। ਤੇ ਲਾਸਟ ਲਾਈਨ ਦੇ ਵਿੱਚ ਉਹਨੇ ਕਿਹਾ ਕਿ ਬੇਬੀਜ਼ ਇਨ ਪਿੰਕ। ਸੋ ਤੁਸੀਂ ਤੁਹਾਡੇ ਕੋਲ ਜਿਹੜੇ ਸੈਂਟੈਂਸ ਨੇ ਇਹ ਦਿਸ ਤੋਂ ਸਟਾਰਟ ਹੋ ਗਿਆ, ਇਹ ਬੇਬੀਜ਼ ਤੋਂ ਸਟਾਰਟ ਹੋ ਗਿਆ, ਦ ਤੋਂ ਸਟਾਰਟ ਹੋ ਗਿਆ, ਦੇਅਰ ਹੈ ਤੇ ਇੱਥੇ ਸਮ ਟਾਈਮ ਹੈ। ਸੋ ਜੋ ਗੱਲ ਹੋਈ ਕਿ ਜਿਹੜੇ ਉਹਨਾਂ ਨੇ ਬੱਚੇ ਨੇ 6 ਮੰਥਸ 올ਡ ਬੇਬੀਜ਼ ਨੇ ਉਹਨਾਂ ਨੂੰ ਬਲੂ ਡਰੈਸ ਦੇਣੀ ਹੈ ਜਾਂ ਪਿੰਕ ਡਰੈਸ ਦੇਣੀ ਹੈ, ਮਤਲਬ ਐਡਮ ਨਾਮ ਦੇਣਾ ਹੈ ਜਾਂ ਬੈਥ ਨਾਮ ਦੇਣਾ ਹੈ, ਤਾਂ ਉਹ ਇੱਕ ਰਿਸਰਚ ਦੇ ਅਕੋਰਡਿੰਗ ਹੋਇਆ ਹੈ। ਸੋ ਜਿਹੜਾ ਫਸਟ ਸੈਂਟੈਂਸ ਹੋਏਗਾ ਉਹ ਆਪਣੇ ਕੋਲ ਹੋਏਗਾ ਦੀ ਰਿਸਰਚ ਬਾਈ ਵਿਲ। ਤੇ ਉਸ ਤੋਂ ਬਾਅਦ ਉਹਨੇ ਕਿਹਾ ਕਿ ਨੈਸੈਸਰਲੀ ਮੈਚ देयर ਜੈਂਡਰ, ਸੋ ਦੀ ਪਾਰਟਿਸਿਪੈਂਟ ਹੈਡ ਨੋ ਵੇ ਆਫ ਨੋਇੰਗ ਇਫ ਦੀ ਬੇਬੀ ਵਾਜ਼ ਇਨ ਫੈਕਟ ਅ ਬॉय ਔਰ ਅ ਗਰਲ। Sometime the infant was dressed in blue and was called Adam, means this sentence can be connected to this sentence because infant was dressed in blue and was called Adam। ਮਤਲਬ ਜੇ ਤੁਸੀਂ ਬੱਚੇ ਨੂੰ ਬਲੂ ਡਰੈਸ ਦੇ ਵਿੱਚ ਕੀਤਾ ਹੈ ਤਾਂ ਉਹ ਐਡਮ ਹੈ, ਤੇ ਅਗਰ ਪਿੰਕ ਡਰੈਸ ਹੈ then it was called Beth। And in the third line there were 3 toys, according to the dress there were 3 toys in the room, a train, boy stereotype, a girl, a doll, a girl stereotype, and a fish is neutral। So the sequence is 3 1 2। ਤਾਂ ਮੇਰੇ ਅਕੋਰਡਿੰਗ ਜਿਹੜਾ ਇਹ ਸੀਕੁਐਂਸ ਹੈ ਉਹ ਇੱਕ ਤਰ੍ਹਾਂ ਨਾਲ ਕਰੈਕਟ ਹੈਗਾ। ਉਸ ਤੋਂ ਬਾਅਦ ਕੀ ਹੋਇਆ ਕਿ ਜਿਹੜੀ ਇਹ ਸਟੱਡੀ ਹੋਈ, ਮਤਲਬ ਪਹਿਲਾਂ ਉਹਨਾਂ ਨੇ ਕੀ ਕੀਤਾ ਕਿ ਡਰੈਸਡ ਕੀਤਾ, ਫਿਰ ਉਸ ਤੋਂ ਬਾਅਦ ਟॉयਜ਼ ਰੱਖੇ, ਤਾਂ ਦਿਸ ਸਟੱਡੀ ਫਾਊਂਡ ਦੈਟ ਬੇਬੀ ਡਰੈਸਡ ਇਨ ਬਲੂ ਐਂਡ ਥੌਟ ਟੂ ਬੀ ਬॉयਜ਼। ਜਿਹੜਾ ਬੱਚਾ ਬਲੂ ਡਰੈਸ ਦੇ ਵਿੱਚ ਹੋਏਗਾ ਉਹਨੂੰ ਬॉयਜ਼ ਹੀ ਸੋਚਿਆ ਜਾਏਗਾ, ਐਂਡ ਵਰ ਮੋਰ ਲਾਈਕਲੀ ਟੂ ਬੀ ਗਿਵਨ ਦੀ ਟ੍ਰੇਨ, ਤੇ ਜਿਹੜਾ ਉਹਨੂੰ ਟॉय ਦਿੱਤਾ ਜਾਏਗਾ ਉਹ ਟ੍ਰੇਨ ਹੀ ਦਿੱਤਾ ਜਾਏਗਾ। ਉਸ ਤੋਂ ਬਾਅਦ ਲਾਸਟ ਦੇ ਵਿੱਚ ਉਹਨੇ ਕਿਹਾ ਕਿ ਬੇਬੀਜ਼ ਇਨ ਪਿੰਕ ਔਰ ਗਰਲਸ ਵਰ ਮੋਰ ਲਾਈਕਲੀ ਟੂ ਬੀ ਗਿਵਨ ਦੀ ਡॉल। ਜਿਹੜੇ ਬੱਚੇ ਪਿੰਕ ਡਰੈਸ ਦੇ ਵਿੱਚ ਡਰੈਸਅਪ ਹੋਣਗੇ ਉਹਨਾਂ ਨੂੰ ਜਿਹੜੀ ਟॉय ਦਿੱਤਾ ਜਾਏਗਾ ਉਹ ਡॉल ਹੀ ਦਿੱਤੀ ਜਾਏਗੀ, ਤੇ ਜਿਹੜੇ ਲੋਕ ਨੇ ਉਹ ਜ਼ਿਆਦਾ ਸਮਾਈਲ ਕਰਦੇ ਨੇ ਬੈਥ ਨੂੰ ਦੇਖ ਕੇ ਐਜ਼ ਕੰਪੇਅਰ ਟੂ ਦੀ ਐਡਮ। ਸੋ ਮੇਰੇ ਅਕੋਰਡਿੰਗ ਜਿਹੜਾ ਸੀਕੁਐਂਸ ਬਣ ਰਿਹਾ ਉਹ ਇਹੀ ਬਣ ਰਿਹਾ 3 1 2 4 5। ਸੋ ਆਪਾਂ ਪਹਿਲਾਂ ਚੈੱਕ ਕਰ ਲੈਂਦੇ ਹਾਂ। ਸੋ ਇਹ ਸੀਕੁਐਂਸ ਹੈ 3 1 2 4 5। ਸੋ ਇਹਦੇ ਵਿੱਚ ਕੀ ਹੈ ਕਿ ਅਗਰ ਤੁਹਾਡੀ ਕੋਈ ਵੀ ਪੇਅਰਿੰਗ ਨਹੀਂ ਕਰ ਰਹੇ, ਤੁਸੀਂ ਮਤਲਬ ਐਵੇਂ ਹੀ ਉਹਨੂੰ ਸਕਿਪ ਕਰ ਰਹੇ ਹੋ, ਤਾਂ ਅਗਰ ਤੁਹਾਡਾ 1 2 4 5 ਇਕੱਠਾ ਵੀ ਪਿਆ ਤਾਂ ਤੁਹਾਨੂੰ
किन्ने मार्क्स मिल रहे ने, मतलब 1 2 ठीक हो गया तो 1 पॉइंट मिलेगा, 4 5 है तो 2 पॉइंट्स मिलणगे। बट अगर तुहाडे सारे ही ठीक ने तो तुहानू इत्थे 4 पॉइंट्स मिलने। अगर तुसी एक सेंटेंस विच पाता, मतलब ये तुसी एक तो स्टार्ट कर लिया, इनू तुसी रिसर्च वाले नू किते विच पा रहे हो तो तुहाडा सारा सीक्वेंस ही गड़बड़ हो सकता है। सो जदों भी तुसी रीऑर्डर पैराग्राफ नू स्टार्ट करते हो तो एक बार ये जरूर चैक कर लो कि तुसी सेंटेंसिस दे विच की गल कही गई है, मीनस तुसी कॉन्टैक्स्ट नू जरूर अंडरस्टैंड करो। एवें ही उन्होंने सॉल्व नहीं करना या एवें ही उन्होंने तुक्का नहीं मारना। एक आपां होर करते हैं एग्जाम्पल, नैक्सट जिहड़ी हैगी है ब्रेन फंक्शन। सो ये ईजी है एग्जाम्पल, मतलब ये भी थोड़े को 5 सेंटेंसिस ही गिवन ने। सो ये अगर तुसी देखो तो जेडे 2 सेंटेंसिस ने वो द तो स्टार्ट हो रहे हैं। फर्स्ट सेंटेंस भी द तो स्टार्ट हो रहा है, सैकेंड इट तो स्टार्ट हो रहा है, थर्ड भी द तो स्टार्ट हो रहा है, उस तो बाद अवर बॉडी है, नैक्सट जोड़ा है सिलेक्टिव प्रोसैस है, दिस सिलेक्टिव प्रोसैस। सो आपां ने ये भी सीक्वेंस डिसाइड करना है। सो पहले सेंटेंस दे विच वो कह रहा है कि दी ब्रेन इज़ अवर मोस्ट ट्रेजर्ड पोजेशन। ब्रेन जिहड़ा हैगा वो अपने मतलब बॉडी का एक इंपॉर्टेंट पार्ट हैगा, मोस्ट इंपॉर्टेंट पार्ट जिन्होंने तुसी कह सकते हो। तो सैकेंड दे विच उन्हें कहा इट कोआर्डिनेट अवर मूवमेंट्स, अवर वर्ड्स, अवर रिलेशनशिप्स एंड दी एबिलिटी टू पास ऑन अवर जीन्स। सो फर्स्ट दे विच उन्हें ब्रेन की गल की, उस तो बाद उन्हें ब्रेन का काम दस्या कि ब्रेन काम की करता है। इट कोआर्डिनेट्स अवर मूवमेंट्स, अवर वर्ड्स, अवर रिलेशनशिप्स एंड दी एबिलिटी टू पास ऑन अवर जीन्स। ब्रेन की करता है कि साडे मूवमेंट्स नू, साडे वर्ड्स नू, साडियां रिलेशनशिप्स नू कंट्रोल करता है, कोआर्डिनेट करता है, तो जिहड़ी ये एबिलिटी है साडे जीन्स नू भी पास ऑन करता है। थर्ड लाइन दे विच गल हुई है दी बैरियर सर्व्स अ वाइटल रोल बट इज़ ऑल्सो पॉजेस अ ट्रमेंडस चैलेंज फॉर साइंटिस्ट डेवलपिंग ड्रग्स टू ट्रीट ब्रेन बेस्ड डिसऑर्डर्स। सो जिहड़े बैरीयर की गल हुई है, द बैरीयर सर्व्स माइट भी जिहड़ा ये बैरीयर वर्ड हैगा या फिर डिसऑर्डर्स हैगा या चैलेंजेस हैगा, ये किते होर पिया होवे। सो फर्स्ट और सैकेंड लाइन दे विच तां ये नहीं हैगा। नैक्सट आपां देखते हैं अवर बॉडी देयरफॉर प्रोटैक्ट्स द ऑर्गन fiercely, the central nervous system pulses particles traveling through the bloodstream and invites only the safest into our cognitive chamber। फोर सेंटेंस ਦੇ ਵਿੱਚ ਉਹ ਗੱਲ ਕਰ ਰਿਹਾ ਹੈ ਕਿ ਜਿਹੜੀ ਸਾਡੀ ਬਾਡੀ ਹੈਗੀ ਹੈ ਉਹ ਸਾਡੇ ਆਰਗਨਸ ਨੂੰ ਐਸੀ ਤਰ੍ਹਾਂ ਨਾਲ ਪ੍ਰੋਟੈਕਟ ਕਰਦੀ ਹੈ ਕਿ ਸਾਡਾ ਜਿਹੜਾ ਸੈਂਟਰਲ ਨਰਵਸ ਸਿਸਟਮ ਹੈਗਾ ਉਹ ਜਿਹੜੇ ਗਲਤ ਤੁਸੀਂ ਕੈਮੀਕਲਸ ਯੂਜ਼ ਕਰ ਰਹੇ ਹੋ ਉਹਨਾਂ ਨੂੰ ਅੰਦਰ ਆਉਣ ਤੋਂ ਰੋਕਦਾ ਹੈ, ਮਤਲਬ ਉਹਨਾਂ ਕੈਮੀਕਲਸ ਨੂੰ ਸਾਡੇ ਬਲੱਡ ਸਟਰੀਮ ਦੇ ਥਰੂ ਆਉਣ ਤੋਂ ਰੋਕਦਾ ਹੈ। ਐਂਡ ਜਿਹੜੇ ਸਾਡੇ ਵਾਸਤੇ ਸੇਫੈਸਟ ਹੈ, ਜਿਹੜੀ ਚੀਜ਼ ਸਾਡੇ ਵਾਸਤੇ ਸੇਫੈਸਟ ਹੈ ਸਿਰਫ ਉਹਨਾਂ ਨੂੰ ਹੀ ਅਲਾਉ ਕਰਦਾ ਹੈ। ਜਿਹੜੀ फोर्थ लाइन है ਉਹਦੇ ਵਿੱਚ ਉਹਨੇ ਇਹ ਗੱਲ ਕੀਤੀ ਹੈ। ਤੇ ਲਾਸਟ ਲਾਈਨ ਦੇ ਵਿੱਚ ਉਹ ਕਹਿ ਰਿਹਾ ਕਿ ਦਿਸ ਸਿਲੈਕਟਿਵ ਪ੍ਰੋਸੈਸ ਅਕਰਸ ਡਿਊ ਟੂ ਅ ਪ੍ਰੋਐਕਟਿਵ ਬਾਉਂਡਰੀ ਨੋਨ ਐਜ਼ ਦੀ ਬਲੱਡ ਬ੍ਰੇਨ ਬੈਰੀਅਰ। ਸੋ ਇਹ ਬੈਰੀਅਰ ਇੱਥੇ ਵੀ ਸੀਗਾ, ਸੋ ਇਹ ਬੈਰੀਅਰ ਸਾਡਾ ਇੱਥੇ ਵੀ ਹੈ। ਸੋ ਆਪਾਂ ਕਹਿ ਸਕਦੇ ਹਾਂ ਕਿ ਜਿਹੜਾ ਆਬਜੈਕਟ ਆਫ ਦੀ ਫਰਸਟ ਸੈਂਟੈਂਸ ਕੈਨ ਬੀ ਦੀ ਸਬਜੈਕਟ ਆਫ ਦੀ ਨੈਕਸਟ ਸੈਂਟੈਂਸ। ਜੋ ਆਪਾਂ ਨੇ ਇੱਕ ਟ੍ਰਿਕ ਪੜ੍ਹੀ ਸੀਗੀ ਕਿ ਇਹ ਟ੍ਰਿਕ ਵੀ ਫੋਲੋ ਹੋ ਸਕਦੀ ਹੈ। ਸੋ ਪਹਿਲਾਂ ਆਪਾਂ ਇੱਕ ਸੀਕੁਐਂਸ ਡਿਸਾਈਡ ਕਰਦੇ ਹਾਂ। पहला सीक्वेंस तो यही है, ब्रेन बारे उन्हें दसिया कि ये साडा ट्रेजर्ड पोजैशन हैगा। सो ये साडा फर्स्ट सेंटेंस हो सकता है। उस तो बाद उन्हें कहा कि इट कोआर्डिनेट। सो ये इट कित्थे पिया है, होर इट की तो किते भी गल नहीं हो रही, या तो बैरीयर की गल हो रही है या सिलेक्टिव प्रोसैस की हो रही है। सो इट अगर तुसी कहो तो इत्थे ब्रेन ही हैगा। सो ये दोनों तो आपस च इकट्ठे ही रहणगे, मतलब फर्स्ट लाइन अगर ये है तो सैकेंड इट साडा ये ब्रेन ही हैगा जिहड़ा साडियां मूवमेंट्स नूं कोआर्डिनेट करदा है। तो उस तो बाद नैक्सट लाइन किहड़ी आएगी, दी बैरीयर सर्व्स अ वाइटल रोल, या फिर अवर बॉडी देयरफॉर प्रोटैक्ट्स दी ऑर्गन दी सेंट्रल नर्वस सिस्टम। सो उस तो इस लाइन दे विच उन्हें कहा कि साडियां मूवमेंट्स नूं कंट्रोल करदा है। उस तो बाद उन्हें बैरीयर्स की गल की है, फिर उन्हें अपनी बॉडी की गल की है कि साडी जिहड़ी बॉडी है वो ऑर्गनस नूं किवें प्रोटैक्ट करती है, जिहड़े हार्मफुल कैमिकल्स ने उन्हां नूं रोकदी है ते जिहड़े मतलब ठीक चीज़ां ने उन्हां नूं सिर्फ एंटर होण दिंदी है। सो मेरे अकॉर्डिंग जिहड़ा सीक्वेंस बनेगा वो बनेगा 1 2 then 4। उस तो बाद हैगा ते इत्थे उन्हें कहा कि सी कॉग्निटिव चैंबर। उस तो बाद एक तरह नाल प्रोसैस होगी
कि उन्होंने हार्मफुल कैमिकल्स ਨੂੰ ਰੋਕਿਆ ਤੇ ਜਿਹੜੇ ਸਾਡੇ ਕੋਲ ਯੂਜ਼ਫੁਲ ਚੀਜ਼ਾਂ ਨੇ ਮਤਲਬ ਜਿਹੜੀਆਂ ਵਧੀਆ ਚੀਜ਼ਾਂ ਨੇ ਸਿਰਫ ਉਹਨਾਂ ਨੂੰ ਹੀ ਅਲਾਉ ਕਰਦੀ ਹੈ ਤਾਂ ਮੀਨਸ ਇੱਕ ਤਰ੍ਹਾਂ ਨਾਲ ਇੱਕ ਪ੍ਰੋਸੈਸ ਹੋ ਗਿਆ। ਦਿਸ ਸਿਲੈਕਟਿਵ ਪ੍ਰੋਸੈਸ ਅਕਰਸ ਡਿਊ ਪ੍ਰੋਐਕਟਿਵ ਬਾਉਂਡਰੀ, ਤਾਂ ਉਹ ਜਿਹੜੀ ਬਾਉਂਡਰੀ ਬਣਾ ਦਿੰਦਾ ਹੈ ਉਹਨੂੰ ਆਪਾਂ ਕਹਿੰਦੇ ਹਾਂ ਬਲੱਡ ਬ੍ਰੇਨ ਬੈਰੀਅਰ। ਮੀਨਸ ਇਹੀ ਚੀਜ਼ਾਂ ਅੰਦਰ ਜਾ ਸਕਦੀਆਂ ਨੇ ਸਾਡੇ ਬਲੱਡ ਦੇ ਵਿੱਚ ਤੇ ਬਾਕੀ ਚੀਜ਼ਾਂ ਨਹੀਂ ਜਾ ਸਕਦੀਆਂ। ਸੋ ਸਾਡੇ ਕੋਲ ਇਹ ਸੀਕੁਐਂਸ ਬਣਿਆ 1 2 4 5 ਤੇ ਤੀਜੇ ਦੀ ਆਪਾਂ ਅਗਰ ਗੱਲ ਕਰੀਏ, ਇਹ ਬੈਰੀਅਰ ਇੱਥੇ ਸੀ ਤਾਂ ਉਹਨੇ ਲਾਸਟ ਲਾਈਨ ਦੇ ਵਿੱਚ ਕਿਹਾ ਕਿ ਇਸੇ ਬੈਰੀਅਰ ਕਰਕੇ ਮਤਲਬ ਇਹਦਾ ਇੱਕ ਬਹੁਤ ਇੰਪੋਰਟੈਂਟ ਰੋਲ ਹੈਗਾ, ਇੱਕ ਚੈਲੰਜ ਵੀ ਹੈ ਬਹੁਤ ਸਾਇੰਟਿਸਟ ਦੇ ਲਈ, ਕਿਉਂਕਿ ਉਹਨਾਂ ਨੇ ਜਿਹੜੀਆਂ ਵੀ ਡਰੱਗਸ ਡਿਵੈਲਪ ਕੀਤੀਆਂ ਉਹ ਡਰੱਗਸ ਮਤਲਬ ਉਹ ਕੈਮੀਕਲਸ ਨੇ ਤੇ ਉਹ ਸਾਡੇ ਬ੍ਰੇਨ ਨੂੰ ਨਹੀਂ ਪਹੁੰਚਦੇ। ਮਤਲਬ ਇਹ ਸਾਡਾ ਇੱਕ ਬ੍ਰੇਨ ਬੇਸਡ ਡਿਸਆਰਡਰ ਹੋ ਗਿਆ ਕਿ ਤੁਸੀਂ ਉਸ ਚੀਜ਼ ਨੂੰ ਨਹੀਂ ਸੋਲਵ ਕਰ ਸਕਦੇ। ਸੋ ਮੇਰੇ ਅਕੋਰਡਿੰਗ ਜਿਹੜਾ ਸੀਕੁਐਂਸ ਬਣ ਰਿਹਾ ਉਹ ਬਣ ਰਿਹਾ 1 2 4 5 3। ਆਪਾਂ ਇੱਕ ਵਾਰ ਚੈੱਕ ਕਰ ਲੈਂਦੇ ਹਾਂ। ਸੋ ਇਹ ਸੀਕੁਐਂਸ ਹੈ 1 2 4 5 3। ਸੋ ਮੇਰਾ ਜਿਹੜਾ ਵੀਡੀਓ ਬਣਾਉਣ ਦਾ ਮੋਟਿਵ ਸੀਗਾ ਉਹ ਸਿਰਫ ਇਹੀ ਸੀਗਾ ਕਿ ਜ਼ਰੂਰੀ ਨਹੀਂ ਹੈਗਾ ਜਿਹੜਾ ਤੁਹਾਡਾ ਸੈਂਟੈਂਸ ਹੈਗਾ, ਜਿਹੜਾ ਫਰਸਟ ਸੈਂਟੈਂਸ ਹੈ ਉਹ ਦ ਤੋਂ ਹੀ ਸਟਾਰਟ ਹੋਵੇ, ਵੀ ਤੋਂ ਸਟਾਰਟ ਨਾ ਹੋਵੇ ਜਾਂ ਪ੍ਰੋਨਾਊਨ ਤੋਂ ਸਟਾਰਟ ਨਾ ਹੋਵੇ, ਜਾਂ ਫਿਰ ਤੁਹਾਡਾ ਜਿਹੜਾ ਫਰਸਟ ਸੈਂਟੈਂਸ ਹੈ ਉਹ ਤੁਹਾਡਾ ਕਦੇ ਵੀ ਫਰਸਟ ਸੈਂਟੈਂਸ ਨਹੀਂ ਹੋ ਸਕਦਾ, ਕਿਉਂਕਿ ਇੱਥੇ ਅਗਰ ਇੱਕ ਨੰਬਰ ਹੈ ਤਾਂ ਫਰਸਟ ਨੰਬਰ ਹੀ ਸਾਡਾ ਫਰਸਟ ਸੈਂਟੈਂਸ ਹੈ। ਸੋ ਕਈ ਵਾਰ ਕੀ ਹੁੰਦਾ ਕਿ ਸੀਕੁਐਂਸ ਇਕੱਠਾ ਵੀ ਪਿਆ ਹੁੰਦਾ, ਜਿਵੇਂ ਇੱਥੇ 1 2 ਤੇ 4 5 ਇਕੱਠਾ ਪਿਆ। ਸੋ ਅਗਰ ਤੁਸੀਂ ਇਸ ਸੀਕੁਐਂਸ ਨੂੰ ਗੜਬੜ ਕਰਤਾ ਜਾਂ 2 ਨੂੰ ਇੱਥੇ ਚੱਕ ਲਿਆ ਜਾਂ 5 ਨੂੰ ਉੱਪਰ ਲੈ ਗਏ ਤਾਂ ਤੁਹਾਡਾ ਸਾਰਾ ਸੀਕੁਐਂਸ ਗੜਬੜ ਹੋ ਜਾਏਗਾ। ਜੇ ਤੁਹਾਨੂੰ 1 ਜਾਂ 2 ਪੁਆਇੰਟਸ ਮਿਲਣੇ ਆ ਤਾਂ ਵੀ ਪੁਆਇੰਟਸ ਨਹੀਂ ਮਿਲਣੇ। ਸੋ ਆਈ ਮੀਨ ਟੂ ਸੇ ਕਿ ਜਦੋਂ ਵੀ ਤੁਸੀਂ ਰੀਆਰਡਰ ਪੈਰਾਗ੍ਰਾਫਸ ਨੂੰ ਸਟਾਰਟ ਕਰਦੇ ਹੋ ਤਾਂ ਪਹਿਲਾਂ ਤੁਸੀਂ ਕੰਟੈਕਸਟ ਨੂੰ ਜ਼ਰੂਰ ਪੜ੍ਹਨਾ ਹੈ, ਮਤਲਬ 1 ਜਾਂ 2 ਮਿੰਟ ਉਹਨੂੰ ਪੜ੍ਹਨ ਦੇ ਜ਼ਰੂਰ ਲਾਉਣੇ ਆ। ਇਸ ਤੋਂ ਬਾਅਦ ਵੀ ਜੇ ਤੁਹਾਡੀਆਂ ਕੋਈ ਕੁਐਰੀਜ਼ ਨੇ ਜਾਂ ਤੁਹਾਡੇ ਕੋਈ ਡਾਊਟਸ ਨੇ ਤਾਂ ਤੁਸੀਂ ਮੈਨੂੰ ਕਮੈਂਟ ਬਾਕਸ ਦੇ ਵਿੱਚ ਲਿਖ ਸਕਦੇ ਹੋ ਜਾਂ ਫਿਰ ਮੈਨੂੰ ਮੇਲ ਕਰ ਸਕਦੇ ਹੋ। ਮੇਰੀ ਈਮੇਲ ਆਈਡੀ ਹੈ amarpteclasses@gmail.com। ਆਨਲਾਈਨ ਤੇ ਆਫਲਾਈਨ ਕਲਾਸਿਸ ਵਾਸਤੇ ਤੁਸੀਂ ਕੰਟੈਕਟ ਕਰ ਸਕਦੇ ਹੋ, ਮੇਰਾ ਕੰਟੈਕਟ ਨੰਬਰ ਸਕਰੀਨ ਤੇ ਗਿਵਨ ਹੈਗਾ। ਐਂਡ ਡੋਂਟ ਫੋਰਗੇਟ ਟੂ ਲਾਈਕ ਐਂਡ ਸ਼ੇਅਰ ਥੀਸ ਵੀਡੀਓਜ਼। ਥੈਂਕ ਯੂ।